With your support, we can raise your voice globally. उन्होंने पगड़ी इशू नो बिल्कुल मतलब कि फ्रांस के राष्ट्रपति के सामने लेके आया ही नहीं है. With your support, we can address those issues that no other media talks about. ਜੋ ਹਾਲ ਅਕਾਲੀਆਂ ਨੇ ਬਾਦਲ ਕਿਆਂ ਨੇ ਇਹਨਾਂ ਨੇ ਸਿੱਖੀ ਦਾ ਤਾਂ ਬੇੜਾ ਗਰਕ ਕੀਤਾ ਹੈ. With your support, we can bring you breaking news from around the world. It's about consulting our allies and having a dialogue. These lessons, as I stated, was learned while working with our coalition partners. With your support, we can educate and inform everyone about who Sikhs are and connect our youth to Sikhi. And it's just, representative of a culture that's all about peace. Support your TV channel and help us take your voices to everyone around the world for every human rights issue. United Sikhs ਜਥੇਬੰਦੀ ਨੇ ਫ੍ਰੈਂਚ ਅਤੇ ਯੂਰੋਪੀਅਨ ਕੋਰਟਸ ਦੇ ਨਾਲ-ਨਾਲ United Nations Human Rights Committee ਦਾ ਦਰਵਾਜ਼ਾ ਵੀ ਖੜਕਾਇਆ. All of this is only possible with your generous donations. Continue your support to us and let's go further together. To donate today, please log on to our website www.tv84.tv and donate via PayPal on our website, or you can mail us your donations to TV84 36-01 37th Avenue, Long Island City, New York 11101. ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਮੈਂ ਤੁਹਾਡੀ ਹੋਸਟ ਰੀਤ ਕੌਰ ਨਿਊਜ਼ ਟੀਵੀ 84 ਦੇ ਨਾਲ। ਵਿਅਰਸ, ਅੱਜ ਸ਼ਹੀਦ ਭਗਤ ਸਿੰਘ ਜੀ ਦਾ ਸ਼ਹੀਦੀ ਦਿਨ ਹੈ। 23 ਮਾਰਚ 1931 ਨੂੰ ਇਹਨਾਂ ਨੂੰ ਫਾਂਸੀ ਦਿੱਤੀ ਗਈ ਸੀ। ਅੰਗਰੇਜ਼ਾਂ ਦੇ ਖਿਲਾਫ ਆਜ਼ਾਦੀ ਦੇ ਲਈ ਇਹਨਾਂ ਨੇ ਕੁਰਬਾਨੀ ਦਿੱਤੀ, ਪਰ ਜਦੋਂ ਆਜ਼ਾਦੀ ਮਿਲੀ ਸ਼ਹੀਦ ਭਗਤ ਸਿੰਘ ਜੀ ਦੀ ਸਿੱਖ ਕੌਮ ਨੂੰ ਆਜ਼ਾਦ ਭਾਰਤ ਦੇ ਵਿੱਚ ਜ਼ੁਲਮ ਦਾ ਸ਼ਿਕਾਰ ਹੋਣਾ ਪਿਆ। ਅੱਜ ਜਿਹੜੇ ਲੋਕ ਭਗਤ ਸਿੰਘ ਨੂੰ ਸ਼ਹੀਦ ਜਾਂ ਨਾਇਕ ਕਹਿੰਦੇ ਨੇ, ਉਹਨਾਂ ਨੇ ਹੀ ਜਿੰਦਾ ਸੁੱਖਾ ਦਿਲਾਵਰ ਸਿੰਘ, ਜਗਤਾਰ ਸਿੰਘ ਹਵਾਰਾ ਵਰਗੇ ਯੋਧਿਆਂ ਨੂੰ ਦਹਿਸ਼ਤਗਰਦ ਐਲਾਨਿਆ ਹੈ। ਜਿਸ ਆਜ਼ਾਦੀ ਦੇ ਲਈ ਭਗਤ ਸਿੰਘ ਜੀ ਨੇ ਕੁਰਬਾਨੀ ਦਿੱਤੀ, ਕੀ ਸਾਨੂੰ ਉਹ ਆਜ਼ਾਦੀ ਮਿਲੀ? ਕੀ ਲੋਕਾਂ ਨੂੰ ਇਨਸਾਫ ਮਿਲਿਆ ਜਾਂ ਲੋਕਾਂ ਨੂੰ ਉਹਨਾਂ ਦੀਆਂ ਮੁੱਢਲੀਆਂ ਲੋੜਾਂ ਪੂਰੀਆਂ ਹੋਈਆਂ? ਅੱਜ ਅਸੀਂ ਇਹਨਾਂ ਵਿਸ਼ਿਆਂ ਸੰਬੰਧੀ ਗੱਲਬਾਤ ਕਰਨ ਜਾ ਰਹੇ ਹਾਂ ਮੀਡੀਆ ਪਰਸਨੈਲਿਟੀ ਫਰਮ ਕੈਨੇਡਾ ਸਰਦਾਰ ਹਰਪ੍ਰੀਤ ਸਿੰਘ ਜੀ ਨਾਲ, ਜਿਹੜੇ ਕਿ ਇਸ ਵੇਲੇ ਸਾਡੇ ਨਾਲ ਫੋਨ ਲਾਈਨ ਤੇ ਜੁੜ ਚੁੱਕੇ ਨੇ। ਜੀ ਵੀਰ ਜੀ, ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਜੀ ਬਹੁਤ ਬਹੁਤ ਧੰਨਵਾਦ। ਔਰ ਜਿੰਨੇ ਵੀ ਸਾਡੇ ਲਿਸਨਰ ਨੇ ਜਾਂ ਜਿਹੜੇ ਦਰਸ਼ਕ ਨੇ ਉਹਨਾਂ ਨੂੰ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਸੋ ਵੀਰ ਜੀ, ਅੱਜ ਸਭ ਤੋਂ ਪਹਿਲਾਂ ਤੁਸੀਂ ਸ਼ਹੀਦ ਭਗਤ ਸਿੰਘ ਜੀ ਦੀ ਲਾਈਫ ਬਾਰੇ, ਉਹਨਾਂ ਦੀ ਸ਼ਹਾਦਤ ਬਾਰੇ ਸਾਡੇ ਦਰਸ਼ਕਾਂ ਨੂੰ ਕੀ ਕਹਿਣਾ ਚਾਹੋਗੇ? ਜੀ ਰੀਤ ਜੀ, ਦੇਖੋ ਜਿਹੜੀਆਂ ਜਿਵੇਂ ਇਹ ਭਗਤ ਸਿੰਘ ਹੁਣੀ ਨੇ ਜਿਹੜੇ ਸ਼ਹੀਦ ਨੇ, ਬਹੁਤ ਸਾਰੀਆਂ ਸਟੋਰੀਜ਼ ਨੇ, ਬਹੁਤ ਸਾਰੀਆਂ ਇਹਨਾਂ ਦੀ ਜਿਹੜੀ ਜ਼ਿੰਦਗੀ ਦੇ ਬਾਰੇ ਕਿਤਾਬਾਂ ਨੇ ਜਾਂ ਆਰਟੀਕਲਸ ਨੇ ਜਾਂ ਤੁਸੀਂ ਵੈਬਸਾਈਟਸ ਦੇ ਉੱਤੇ ਜਿਹੜੀ ਉਹਨਾਂ ਦੀ ਜ਼ਿੰਦਗੀ ਆ, ਮੇਰਾ ਖਿਆਲ ਉਹਨਾਂ ਦੀਆਂ ਡੇਟਸ, ਕਿੱਥੇ ਜੰਮੇ ਨੇ, ਕਿਹਨਾਂ ਦੇ ਘਰੇ ਜੰਮੇ ਨੇ, ਕਿਹੜੇ ਪਿੰਡ ਸੀ, ਕਿੱਥੇ ਪੜ੍ਹੇ ਨੇ, ਮੇਰਾ ਖਿਆਲ ਇਹ ਜਿਹੜੀਆਂ ਚੀਜ਼ਾਂ ਨੇ ਅਸੀਂ ਬਹੁਤੇ ਤੌਰ ਦੇ ਉੱਤੇ ਪੜ੍ਹੀਆਂ ਹੁੰਦੀਆਂ ਨੇ, ਜਾਂ ਈਵਨ ਜੇ ਅਸੀਂ ਪੜ੍ਹੀਆਂ ਵੀ ਹੁੰਦੀਆਂ ਤੇ ਉਹਨਾਂ ਦੇ ਵਿੱਚ ਸਾਡਾ ਬਹੁਤਾ ਕੋਈ ਇੰਟਰਸਟ ਨਹੀਂ ਹੁੰਦਾ ਕਿ ਜੇ ਅਸੀਂ ਇਹ ਕਹਿ ਦਈਏ ਕਿ ਭਗਤ ਸਿੰਘ ਜਿਹੜੇ ਸੀਗੇ ਉਹ ਸੰਧੂ ਪਰਿਵਾਰ ਦੇ ਵਿੱਚ ਪੈਦਾ ਹੋਏ, ਜੱਟ ਸਿੱਖ ਸੀ,
ਸੋ ਮੈਨੀ ਥਿੰਗਸ ਜਿਹੜੀਆਂ ਹੈਗੀਆਂ ਇਦਾਂ ਦੀਆਂ ਨੇ। ਕਿਸ਼ਨ ਸਿੰਘ ਹੁਣਾਂ ਦੇ ਘਰੇ ਬੌਰਨ ਹੁੰਦੇ ਨੇ, ਪਾਕਿਸਤਾਨ ਦੇ ਵਿੱਚ ਉਹ ਜੰਮਦੇ ਨੇ, ਭਾਵੇਂ ਕਿ ਹੁਣ ਖਟਕੜ ਕਲਾਂ ਜਿਹੜਾ ਹੈਗਾ ਆ ਉਹਨਾਂ ਦਾ ਕਿਹਾ ਜਾਂਦਾ ਕਿ ਐਨਸੈਸਟਰਲ ਉਹਨਾਂ ਦਾ ਘਰ ਆ। ਹਾਂਜੀ, ਮੇਰੇ ਕਹਿਣ ਦਾ ਮਤਲਬ ਇਹਨਾਂ ਸਾਰੀਆਂ ਗੱਲਾਂ ਨੂੰ ਦੱਸਣ ਦਾ ਇਹ ਮਤਲਬ ਹੈ ਕਿ ਕਿਸੇ ਦੀ ਜ਼ਿੰਦਗੀ ਮੇਰਾ ਖਿਆਲ ਉਨੀ ਮਹੱਤਵ ਨਹੀਂ ਰੱਖਦੀ, ਉਹਨਾਂ ਦੀਆਂ ਡੇਟਸ, ਉਹਨਾਂ ਦੇ ਘਰ, ਉਹਨਾਂ ਦੇ ਸਥਾਨ, ਉਹਨਾਂ ਦੇ ਮਾਤਾ ਪਿਤਾ, ਜਿੰਨਾ ਉਹ ਕੀ ਕੰਮ ਕਰ ਗਏ ਸੀ, ਉਹਨਾਂ ਦਾ ਕਨਸੈਪਟ ਕੀ ਸੀ, ਕੰਮ ਕਰਨ ਦੇ ਪਿੱਛੇ ਉਹਨਾਂ ਦੇ ਅਕੀਦੇ ਕੀ ਸੀ, ਉਹਨਾਂ ਦਾ ਨਿਸ਼ਾਨਾ ਕੀ ਸੀ, ਉਹ ਜਿਹੜੀਆਂ ਚੀਜ਼ਾਂ ਹੈਗੀਆਂ ਔਰ ਉਸ ਨਿਸ਼ਾਨੇ ਤੱਕ ਅਪੜਨ ਦੇ ਲਈ ਉਹਨਾਂ ਨੇ ਕਿਹੋ ਜੀ ਜਦੋਜਹਿਦ ਕੀਤੀ ਜਿਹੜੀ ਉਹ ਜ਼ਿਆਦਾ ਇੰਪੋਰਟੈਂਟ ਸੀ। ਤਾਂ ਫੇਰ ਵੀ ਵਿਹਾਰਕ ਤੌਰ ਦੇ ਉੱਤੇ ਜਾਂ ਇੱਕ ਫਾਰਮਲ ਕਨਵਰਸੇਸ਼ਨ ਦੇ ਲਈ ਇਹ ਥੋੜੇ ਕੁ ਚੀਜ਼ਾਂ ਇਹ ਦੱਸ ਦੇਣੀਆਂ ਚਾਹੁੰਦਾ ਕਿ ਸ਼ਹੀਦ ਭਗਤ ਸਿੰਘ ਵੈਸੇ ਕਿਉਂਕਿ ਜਦੋਂ ਤੁਸੀਂ ਸ਼ੁਰੂਆਤ ਕਰਨੀ ਆ ਤੇ ਉਦੋਂ ਆਬਵੀਅਸਲੀ ਉਹ ਭਗਤ ਸਿੰਘ ਹੀ ਨੇ। ਸ਼ਹੀਦ ਭਗਤ ਸਿੰਘ ਅਜੇ ਨਹੀਂ ਬਣੇ 1931 ਤੱਕ ਜਾਂਦਿਆਂ। ਤੋ ਸਰਦਾਰ ਭਗਤ ਸਿੰਘ ਜਿਹੜੇ 1907 ਦੇ ਵਿੱਚ ਬੌਰਨ ਹੁੰਦੇ ਆ, ਥੋੜਾ ਜਿਹਾ ਸਤੰਬਰ ਦੇ ਵਿੱਚ 27-28 ਸਤੰਬਰ ਕਿਤੇ ਲਿਖਿਆ ਜਾਂਦਾ ਕਿ ਉਹ ਬੌਰਨ ਹੁੰਦੇ ਨੇ। ਔਰ ਅੱਜ ਦੇ ਦਿਨ ਯਾਨੀ ਕਿ ਅੱਜ ਤੋਂ 85 ਸਾਲ ਪਹਿਲਾਂ, ਪੂਰੇ 85 ਸਾਲ ਪਹਿਲਾਂ ਸਰਦਾਰ ਭਗਤ ਸਿੰਘ ਸ਼ਹੀਦ ਦਾ ਰੁਤਬਾ ਜਿਹੜਾ ਉਹ ਅਖਤਿਆਰ ਕਰਦੇ ਨੇ। ਔਰ ਜਦੋਂ ਅਸੀਂ ਆਪਣੇ ਜਿਹੜੇ ਸਾਡੇ ਸਬਜੈਕਟ ਹੁੰਦੇ ਸੀ ਉਹਨਾਂ ਦੇ ਵਿੱਚ ਐਸੇ ਲਿਖਦੇ ਹੁੰਦੇ ਸਾਂ, ਪ੍ਰਸਤਾਵ ਲਿਖਦੇ ਹੁੰਦੇ ਸਾਂ ਭਗਤ ਸਿੰਘ ਉਹਨਾਂ ਦੇ, ਤੇ ਇੱਕ ਬੜੀ 2-3 ਲਾਈਨਾਂ ਦਾ ਸ਼ੇਅਰ ਹੁੰਦਾ ਸੀ, ਭਾਵੇਂ ਕਿ ਉਹਨਾਂ ਸਮਿਆਂ ਦੇ ਵਿੱਚ ਬਹੁਤੀ ਸਮਝ ਨਹੀਂ ਸੀ ਹੁੰਦੀ ਕਿ ਇਸ ਸ਼ੇਅਰ ਦਾ ਮਤਲਬ ਕੀ, ਸ਼ਹੀਦੋਂ ਕੀ चिताओं पर लगेंगे हर बरस मेले, वतन पे मिटने वालों का आखिर यही निशान होगा। तो वाकई ਜਿਹੜੀਆਂ ਸ਼ਹੀਦਾਂ ਦੀਆਂ ਸ਼ਹਾਦਤਾਂ ਹੁੰਦੀਆਂ ਨੇ ਉਹਨਾਂ ਦਾ ਅਖੀਰਲਾ ਨਿਸ਼ਾਨ ਤਾਂ ਇਹੀ ਰਹਿ ਜਾਂਦਾ ਕਿ ਸਾਲ ਬਾਅਦ ਜਿਹੜੇ ਦੇਸ਼ ਦੇ ਲੋਕ ਹੁੰਦੇ ਨੇ ਉਹਨਾਂ ਦੀਆਂ ਜਿਹੜੀਆਂ ਸ਼ਹੀਦੀ ਜਗ੍ਹਾ ਹੁੰਦੀਆਂ ਉਹਨਾਂ ਦੇ ਉੱਤੇ ਆਪਣੇ ਅਕੀਦਤ ਦੇ ਜਿਹੜੇ ਫੁੱਲ ਨੇ ਉਹ ਭੇਟ ਕਰਦੇ ਨੇ। ਭਾਵੇਂ ਕਿ ਇਹਨਾਂ ਦੇ ਵਿੱਚ ਵੀ ਅੱਗੇ ਜਾ ਕੇ ਕੁਝ ਇੱਕ ਸਿਆਸੀ ਲੋਕ ਨੇ ਉਹ ਆਪਣੇ ਫਾਇਦੇ ਕੱਢਦੇ ਨੇ ਜਾਂ ਕੁਝ ਇੱਕ ਜਿਹੜੇ ਫਾਇਦਾ ਨਿਕਾਲਣ ਵਾਲੇ ਲੋਕ ਹੁੰਦੇ ਨੇ ਉਹ ਆਪਣਾ ਫਾਇਦਾ ਭਾਵੇਂ ਕੱਢਦੇ ਨੇ, ਪਰ ਫੇਰ ਵੀ ਜਿਹੜਾ ਇਨਕੋਰ ਜਾਂ ਸਾਰ ਰੂਪ ਦੇ ਵਿੱਚ ਜਿਹੜੇ ਲੋਕ ਹੁੰਦੇ ਨੇ ਉਹ ਉਹਨਾਂ ਦੀਆਂ ਸ਼ਹਾਦਤਾਂ ਨੂੰ ਆਪਣੀ ਜ਼ਿੰਦਗੀ ਦੇ ਵਿੱਚ ਆਪਣੇ ਦਿਲਾਂ ਦੇ ਵਿੱਚ ਪਰੋ ਕੇ ਰੱਖਦੇ ਨੇ, ਭਾਵੇਂ ਕਿ ਉਹਨਾਂ ਨੂੰ ਬਿਲਕੁਲ ਅਹਿਸਾਸ ਇਹ ਨਹੀਂ ਹੁੰਦਾ ਕਿ ਭਗਤ ਸਿੰਘ ਹੁਣਾਂ ਨੇ ਜਾਂ ਸ਼ਹੀਦ ਊਧਮ ਸਿੰਘ ਹੁਣਾਂ ਨੇ ਜਾਂ ਸ਼ਹੀਦ ਕਰਤਾਰ ਸਿੰਘ ਸਰਾਭਾ ਹੁਣਾਂ ਨੇ ਜਾਂ ਭਾਈ ਨਿਧਾਨ ਸਿੰਘ ਹੁਣਾਂ ਵਰਗਿਆਂ ਜਿਹੜੇ ਸ਼ਹੀਦ ਨੇ ਉਹਨਾਂ ਨੇ ਕੀ ਘਾਲਣਾਵਾਂ ਕੀਤੀਆਂ ਨੇ, ਪਰ ਫੇਰ ਵੀ ਕਿਉਂਕਿ ਉਹਨਾਂ ਨੂੰ ਇੱਕ ਰਫ ਜਿਹਾ ਆਈਡੀਆ, ਇੱਕ ਬੜਾ ਸੁਪਰਫਿਸ਼ੀਅਲ ਜਿਹਾ ਆਈਡੀਆ ਉਹਨਾਂ ਦੇ ਜ਼ਿਹਨ ਦੇ ਵਿੱਚ ਹੁੰਦਾ ਕਿ ਸਰਦਾਰ ਭਗਤ ਸਿੰਘ ਹੁਣਾਂ ਵਰਗੇ ਸ਼ਹੀਦਾਂ ਨੇ ਭਾਰਤ ਨੂੰ ਜਿਹੜੀ ਆ ਆਜ਼ਾਦੀ ਦਿਵਾਈ ਆ। ਹੁਣ ਭਗਤ ਸਿੰਘ ਦੀ ਜ਼ਿੰਦਗੀ ਦੇ ਵਿੱਚ ਜਿਹੜਾ ਉਹਨਾਂ ਦਾ ਸਫ਼ਰ ਸ਼ੁਰੂ ਹੁੰਦਾ ਹੈ, ਭਾਵੇਂ ਕਿ ਉਹ ਬੜੇ ਵੱਖਰੇ ਪੜਾਵਾਂ ਦੇ ਵਿੱਚੋਂ ਨਿਕਲਦੇ ਨੇ ਆਪਣੀ ਜਿਹੜੀ ਵਿੱਦਿਆ ਦੇ ਦੌਰਾਨ, ਫਿਰ ਉਹਨਾਂ ਦੇ ਉੱਤੇ ਇਹ ਵੀ ਕਿਹਾ ਜਾਂਦਾ ਕਿ ਜਦੋਂ ਲਾਲਾ ਲਾਜਪਤ ਰਾਏ ਦੀ ਕਹਿੰਦੇ ਨੇ ਕਿ ਲਾਠੀਆਂ ਖਾ ਕੇ ਮੌਤ ਹੁੰਦੀ ਆ, ਪਰ ਬਾਅਦ ਚੋਂ ਇਹ ਵੀ ਚੀਜ਼ਾਂ ਅੱਗੇ ਆਈਆਂ ਕਿ ਲਾਠੀਆਂ ਦੇ ਨਾਲ ਲਾਲਾ ਲਾਜਪਤ ਰਾਏ ਦੀ ਮੌਤ ਨਹੀਂ ਹੋਈ। ਮੌਤ ਜਿਹੜੀ ਆ ਉਹਦੀ ਦਿਲ ਦਾ ਦੌਰਾ ਪੈਣ ਤੋਂ, ਲਾਠੀਆਂ ਵੱਜਣ ਤੋਂ ਵੀ 8-10-12 ਦਿਨ ਬਾਅਦ ਜਿਹੜੀ ਹੈਗੀ ਆ ਉਹਦੀ ਉਹ ਮੌਤ ਹੁੰਦੀ ਆ। ਪਰ ਫਿਰ ਵੀ ਬਹੁਤ ਸਾਰੇ ਇਤਿਹਾਸਕਾਰ ਇਹ ਕਹਿੰਦੇ ਨੇ ਕਿ ਸ਼ਹੀਦ ਮਤਲਬ ਭਗਤ ਸਿੰਘ, ਸਰਦਾਰ ਭਗਤ ਸਿੰਘ ਉਹਨਾਂ ਦੇ ਮਨ ਦੇ ਉੱਤੇ ਇਸ ਗੱਲ ਦਾ ਗਹਿਰਾ ਸਦਮਾ ਸੀ ਜਾਂ ਗਹਿਰਾ ਅਸਰ ਹੋਇਆ ਕਿ ਕਿਸ ਤਰੀਕੇ ਦੇ ਨਾਲ ਜਿਹੜੀ ਬ੍ਰਿਟਿਸ਼ ਸਰਕਾਰ ਹੈ ਉਹ ਭਾਰਤ ਦੇ ਲੋਕਾਂ ਨੂੰ ਜਿਹੜਾ ਹੈਗਾ ਜ਼ਬਰ ਦੇ ਨਾਲ ਉਹ ਦਬਾ ਰਹੀ ਹੈ। ਹੁਣ ਗੱਲ ਇਹ ਵੀ ਆਉਂਦੀ ਹੈ ਕਿ ਜੇ ਅੱਜ ਦੇ ਸੰਦਰਭ ਦੇ ਵਿੱਚ ਅਸੀਂ ਦੇਖਦੇ ਹਾਂ ਤੇ ਅੱਜ ਦੇ ਸੰਦਰਭ ਦੇ ਵਿੱਚ ਵੀ ਇਹੋ ਜਿਹੀਆਂ ਬਹੁਤ ਸਾਰੀਆਂ ਘਟਨਾਵਾਂ ਜਿਹੜੀਆਂ ਉਹ ਸਾਡੇ ਸਾਹਮਣੇ ਆ ਜਾਂਦੀਆਂ, ਪਰ ਫਰਕ ਸਿਰਫ ਰੀਤ ਜੀ ਇੰਨਾ ਹੀ ਆ ਕਿ ਅੱਜ ਦੇ ਦੌਰ ਦੇ ਵਿੱਚ ਜਿਹੜੇ ਭਗਤ ਸਿੰਘ ਵਾਲਾ ਰੋਲ ਅਦਾ ਕਰ ਰਹੇ ਨੇ ਅੱਜ ਦੇ ਦੌਰ ਦੇ ਵਿੱਚ ਅੱਤਵਾਦੀ ਨੇ। ਕਿਉਂਕਿ ਜਿਹੜਾ ਅੱਜ ਦਾ ਜਿਹੜਾ ਰੂਲ ਹੈ ਉਹਨੂੰ ਇੰਟਰਪ੍ਰੈਟ ਕਰਨ ਵਾਲੇ ਜਾਂ ਅੱਜ ਦੇ ਜਿਹੜੇ ਕਾਨੂੰਨ ਨੇ ਉਹਨੂੰ ਇੰਟਰਪ੍ਰੈਟ ਕਰਨ ਵਾਲੇ ਅੱਜ ਭਾਵੇਂ ਗੋਰੇ ਨਹੀਂ
ਅੱਜ ਦੇ ਜਿਹੜੇ ਉਹ ਭੂਰੇ ਗੋਰੇ ਨੇ ਉਹ ਆ ਚੁੱਕੇ ਨੇ, ਔਰ ਉਸੇ ਤਰੀਕੇ ਦੇ ਨਾਲ ਆਪਰੇਸ਼ਨ ਦਾ ਜਿਹੜਾ ਚੱਕਰ ਆ, ਜਿਹੜਾ ਦਮਨ ਦਾ ਚੱਕਰ ਆ, ਜਿਹੜਾ ਸਖਤੀ ਦਾ ਚੱਕਰ ਆ, ਉਸੇ ਤਰੀਕੇ ਦੇ ਨਾਲ ਬਰਕਰਾਰ ਆ। ਪਹਿਲਾਂ ਭਗਤ ਸਿੰਘ ਹੁਣੀ ਜਿਹੜੇ ਸੀਗੇ ਉਹ ਦੇਸ਼ ਦੀ ਆਜ਼ਾਦੀ ਦੇ ਲਈ ਗੱਲ ਕਰਦੇ ਨੇ। ਅੱਜ ਦੇ ਜਿਹੜੇ ਦੌਰ ਦੇ ਵਿੱਚ ਵੱਖਰੇ ਵੱਖਰੇ ਸੂਬਿਆਂ ਨਾਲ ਸੰਬੰਧਿਤ, ਵੱਖਰੇ ਅਕੀਦਿਆਂ ਦੇ ਨਾਲ ਸੰਬੰਧਿਤ, ਵੱਖਰੇ ਧਰਮਾਂ ਦੇ ਨਾਲ ਸੰਬੰਧਿਤ ਜਿਹੜੇ ਲੋਕ ਨੇ ਆਪਣੀ ਆਜ਼ਾਦੀ ਦੀ ਲੜਾਈ ਲੜ ਰਹੇ ਨੇ। ਔਰ ਭਾਰਤ ਦੀ ਸਰਕਾਰ ਬਿਲਕੁਲ ਉਸੇ ਉਹਨਾਂ ਦੀ ਜਿਹੜੀ ਤਰਜ਼ੇ ਜ਼ਿੰਦਗੀ, ਮੈਂ ਇਹ ਕਹਾਂਗਾ ਕਿ ਸਰਕਾਰਾਂ ਦੀ ਜਿਹੜੀ ਉਹਨਾਂ ਦੀ ਸੋਚਣ ਦੀ ਜਿਹੜੀ ਤਰਜ਼ ਹੈ ਉਹ ਬਿਲਕੁਲ ਗੋਰਿਆਂ ਵਾਲੀ ਹੈ, ਜਾਂ ਮੈਂ ਕਹਿੰਦਾ ਕਿ ਗੋਰਿਆਂ ਨੂੰ ਅਸੀਂ ਕੱਢ ਵੀ ਦਈਏ ਤਾਂ ਅਪਰੈਸਰਸ ਵਾਲੀ ਹੈ, ਜਿਹੜਾ ਰੂਲਿੰਗ ਕਲਾਸ ਹੈ ਉਹਨਾਂ ਵਾਲੀ ਹੈ। ਔਰ ਰੂਲਿੰਗ ਕਲਾਸ ਚਾਹੇ ਉਹ ਗੋਰੇ ਹੋਣ, ਚਾਹੇ ਕਾਲੇ ਹੋਣ, ਚਾਹੇ ਭਾਰਤੀ ਹੋਣ, ਹਿੰਦੁਸਤਾਨੀ ਹੋਣ, ਜਾਂ ਅੱਜ ਦੇ ਵੱਖਰੀਆਂ ਜਗ੍ਹਾ ਦੇ ਵਿੱਚ ਵੱਖਰੇ ਜਿਹੜੇ ਰੂਲਰਸ ਨੇ ਉਹਨਾਂ ਦਾ ਮੋਡਸ ਆਪਰੈਂਡੀ, ਉਹਨਾਂ ਦਾ ਕੰਮ ਕਰਨ ਦਾ ਤਰੀਕਾ ਜਿਹੜਾ ਹੈਗਾ ਬਿਲਕੁਲ ਇੱਕੋ ਜਿਹਾ ਹੀ ਹੁੰਦਾ ਕਿ ਅਪਰੈਸ਼ਨ ਦੇ ਨਾਲ ਉਹ ਲੋਕਾਂ ਨੂੰ ਅਪਰੈਸ ਕਰਦੇ ਨੇ, ਉਹ ਲੋਕਾਂ ਦਾ ਦਮਨ ਕਰਦੇ ਨੇ, ਲੋਕਾਂ ਦੇ ਉੱਤੇ ਸਖਤੀਆਂ ਕਰਦੇ ਨੇ, ਉਹਨਾਂ ਦੇ ਉੱਤੇ ਉਹਨਾਂ ਨੂੰ ਡਰਾ ਕੇ ਰਾਜ ਕਰਦੇ ਨੇ। ਔਰ ਇਹੀ ਚੀਜ਼ਾਂ ਜਿਹੜੀਆਂ ਸੀਗੀਆਂ ਉਹ ਭਗਤ ਸਿੰਘ ਵਰਗੇ ਜਿਹੜੇ ਜੁਝਾਰੂ ਸੀ, ਜਾਂ ਭਗਤ ਸਿੰਘ ਵਰਗੇ ਜਿਹੜੇ ਇਨਕਲਾਬੀ ਸੀ, ਉਹਨਾਂ ਦੀਆਂ ਜ਼ਿੰਦਗੀ ਦਾ ਹਿੱਸਾ ਵੀ ਰਹੀਆਂ ਨੇ। ਹੁਣ ਜਦੋਂ ਭਗਤ ਸਿੰਘ ਹੁਣੀ ਜੇ 1907 ਦੇ ਵਿੱਚ ਉਹ ਪੈਦਾ ਹੁੰਦੇ ਨੇ ਔਰ 1928 ਦੇ ਵਿੱਚ ਜਾ ਕੇ ਉਹ ਗ੍ਰਿਫਤਾਰ ਹੁੰਦੇ ਨੇ, ਯਾਨੀ ਕਿ ਕਿੰਨੀ ਕੁ ਉਮਰ ਆ ਹੁਣ ਆਪਾਂ ਇਹ ਕੈਲਕੂਲੇਟ ਕਰੀਏ ਕਿ 1907 ਤੋਂ 1928 ਦੇ ਵਿੱਚ 21 ਸਾਲ ਦੀ ਜਿਹੜੀ ਉਮਰ, 21 ਸਾਲ ਦੀ ਉਮਰ ਦੇ ਵਿੱਚ ਜੇ ਅਸੀਂ ਆਪਣੇ ਆਪ ਨੂੰ ਦੇਖੀਏ, ਆਪਣੀ ਜ਼ਿੰਦਗੀ ਦੇ ਵੱਲ ਆਪਣਾ ਸਫ਼ਰ ਤੈਅ ਕਰਦਿਆਂ ਦੇਖੀਏ, ਤੇ ਆਪਾਂ ਸਹਿਜੇ ਅਨੁਮਾਨ ਲਗਾ ਸਕਦੇ ਹਾਂ ਕਿ ਸਾਡੀਆਂ ਇਹਨਾਂ ਸਮਿਆਂ ਦੇ ਵਿੱਚ ਬੜੀਆਂ ਦੁਨਿਆਵੀ ਆਕਾਂਖਸ਼ਾਵਾਂ ਹੁੰਦੀਆਂ ਨੇ, ਦੁਨਿਆਵੀ ਸਾਡੀਆਂ ਐਸਪੀਰੇਸ਼ਨਸ ਹੁੰਦੀਆਂ ਨੇ, ਜਿਨ੍ਹਾਂ ਦੇ ਪਿੱਛੇ ਅਸੀਂ ਭੱਜੇ ਰਹਿੰਦੇ ਹਾਂ ਕਿ ਅਸੀਂ ਡਾਕਟਰ ਬਣਨਾ, ਅਸੀਂ ਇੰਜੀਨੀਅਰ ਬਣਨਾ, ਅਸੀਂ ਆਹ ਕਰਨਾ, ਕੰਮ ਦੇ ਵਿੱਚ ਅਸੀਂ ਪੈਸੇ। ਪਰ ਉਹਨਾਂ ਸਮਿਆਂ ਦੇ ਵਿੱਚ ਤੁਸੀਂ ਇਹ ਦੇਖ ਲਓ, ਭਾਵੇਂ ਕਿ ਭਗਤ ਸਿੰਘ ਵਰਗੇ ਵੀ ਲੋਕ ਟਾਵੇਂ ਸੀਗੇ, ਕੋਈ ਐ ਨਹੀਂ ਸੀ ਹੈਗਾ ਕਿ ਉਹ ਸਿਨੇਰੀਓ ਸੀ ਕਿ ਹਰ ਘਰ ਦੇ ਵਿੱਚ ਭਗਤ ਸਿੰਘ ਜੰਮਦਾ ਸੀ। ਉਦੋਂ ਵੀ ਉਹਨਾਂ ਦਿਨਾਂ ਦੇ ਵਿੱਚ ਵੀ ਜਦੋਂ ਭਗਤ ਸਿੰਘ ਉਹਨਾਂ ਨੇ ਐਡਾ ਵੱਡਾ ਕਾਰਾ ਕੀਤਾ ਸੀ ਤੇ ਉਹਨਾਂ ਨੂੰ ਵੀ ਇੱਕ ਕ੍ਰਿਟਿਸਿਜ਼ਮ ਦਾ ਸਾਹਮਣਾ ਕਰਨਾ ਪਿਆ ਸੀਗਾ। ਔਰ ਕਿਹਨਾਂ ਵੱਲੋਂ? ਆਪਣੇ ਲੋਕਾਂ ਵੱਲੋਂ, ਬਿਲਕੁਲ ਸੋ ਕਾਲਡ ਆਪਣੇ ਲੋਕਾਂ ਵੱਲੋਂ। ਕਿਉਂਕਿ ਜਦੋਂ ਅਸੀਂ ਇਹ ਦੇਖਦੇ ਹਾਂ ਨਾ ਰਿਜੀ ਵੀ 1861 ਦੇ ਵਿੱਚ ਜਿਹੜੀ ਸੈਂਸਸ ਹੁੰਦੀ ਆ ਭਾਰਤ ਦੀ, ਔਰ ਸਮੁੱਚੇ ਭਾਰਤ ਦੀ ਹੁੰਦੀ, ਉਹਨਾਂ ਦੇ ਵਿੱਚ ਅਫਗਾਨਿਸਤਾਨ, ਪਾਕਿਸਤਾਨ, ਸ਼੍ਰੀਲੰਕਾ, ਬੰਗਲਾਦੇਸ਼, ਉਹ ਸਾਰਾ ਕੁਝ ਉਸ ਅਖੰਡ ਭਾਰਤ ਦੇ ਵਿੱਚ ਸੀ। ਔਰ ਉਸ ਸਮੇਂ ਦੇ ਵਿੱਚ ਜਿਹੜੀ ਇੰਡੀਅਨ ਪਾਪੂਲੇਸ਼ਨ ਸੀ ਟੋਟਲ 179 ਮਿਲੀਅਨ, ਆਲਮੋਸਟ 18 ਕਰੋੜ ਦੀ ਆਬਾਦੀ ਸੀ। ਔਰ 18 ਕਰੋੜ ਦੀ ਆਬਾਦੀ ਦੇ ਵਿੱਚ ਜੇ ਰਾਜ ਕਰ ਰਹੇ ਸਨ ਤੇ ਬੜੀ ਹੈਰਾਨੀ ਹੁੰਦੀ ਆ ਕਿ ਸਿਰਫ ਤੇ ਸਿਰਫ 3000 ਦੇ ਕਰੀਬ ਜਿਹੜੇ ਗੋਰੇ ਸੀਗੇ ਫਿਜ਼ੀਕਲੀ ਤੌਰ ਦੇ ਉੱਤੇ, ਆਪਣੀ ਬਾਡੀ ਲਈ, ਆਪਣੇ ਸਰੀਰਕ ਤੌਰ ਦੇ ਉੱਤੇ ਜਿਹੜੇ ਉਸ ਧਰਤੀ ਦੇ ਉੱਤੇ ਸੀ। ਹੁਣ ਤੁਸੀਂ ਇਮੈਜਿਨ ਇਹ ਗੱਲ ਦੀ ਇਹ ਕਰੋ ਕਿ ਜੇ ਕਲੈਕਟਿਵ ਕੰਸ਼ੀਅੰਸ ਹੁੰਦੀ ਇਹ ਉਹਨਾਂ ਭਾਰਤੀਆਂ ਦੀ, ਤੇ ਉਹ ਮੇਰਾ ਖਿਆਲ ਕੱਲੇ ਗੋਰੇ ਨੂੰ ਮੋਢਿਆਂ ਦੇ ਉੱਤੇ ਚੱਕ ਕੇ ਸ਼ਾਇਦ ਉਹ ਉਹਨਾਂ ਦੇ ਦੇਸ਼ ਦੇ ਵਿੱਚ ਪਹੁੰਚਾ ਸਕਦੇ ਸੀ। ਪਰ ਇਸ ਤਰੀਕੇ ਨਾਲ ਹੋਇਆ ਨਹੀਂ। ਹੋਇਆ ਇਹ ਕਿ ਅੱਜ ਜਦੋਂ ਅਸੀਂ ਇਹ ਕਹਿੰਦੇ ਆ, ਕਿਉਂਕਿ ਮੈਂ ਥੋੜਾ ਜਿਹਾ ਪੈਰਲਲ ਜਾਣਾ ਚਾਹੁੰਦਾ ਅੱਜ ਦੇ ਦੌਰ ਦੇ ਉੱਤੇ ਵੀ ਔਰ ਜੋ ਪਿੱਛੇ ਵਾਪਰਿਆ। ਸਵਾਲ ਜਿਹੜੇ ਨੇ ਉਹ ਸੇਮ ਨੇ ਅੱਜ ਵੀ। ਹੋ ਸਕਦਾ ਇਹੀ ਸਵਾਲ ਉਹਨਾਂ ਲੋਕਾਂ ਦੇ ਉਦੋਂ ਵੀ ਹੁੰਦੇ ਹੋਣਗੇ ਫੋਰ ਸ਼ੋਰ। ਅੱਜ ਦੇ ਦੌਰ ਦੇ ਵਿੱਚ ਇਹ ਸਵਾਲ ਜ਼ਰੂਰ ਆਉਂਦਾ ਕਿ ਪ੍ਰਕਾਸ਼ ਬਾਦਲ ਉਹ ਕੌਣ ਆ, ਉਹ ਵੀ ਸਿੱਖਿਆ। ਜੇਪੀ ਗਿੱਲ ਉਹ ਕੌਣ ਆ, ਉਹ ਵੀ ਸਿੱਖਿਆ। ਕੁਲਦੀਪ ਬਰਾੜ ਉਹ ਕੌਣ ਆ, ਉਹ ਵੀ ਸਿੱਖਿਆ। ਬੂਟਾ ਸਿੰਘ ਉਹ ਕੌਣ ਸੀ, ਉਹ ਵੀ ਸਿੱਖ ਸੀ। ਜਾਂ ਜੈਲ ਸਿੰਘ ਉਹ ਕੌਣ ਸੀ, ਉਹ ਵੀ ਸਿੱਖ ਸੀ। ਜੇ ਸਾਰਾ ਕੁਝ ਜਿਹੜੇ ਜਿਨ੍ਹਾਂ ਨੇ ਸਿੱਖਾਂ ਨੂੰ ਮਾਰਿਆ, ਚਾਹੇ ਉਹ SSP ਸੀ, ਚਾਹੇ ਉਹ ਸਮੇਰ ਸੈਣੀ ਵਰਗੇ ਜਿਹੜੇ ਬੁੱਛੜ ਸਨ, ਉਹਨਾਂ ਦੇ ਵਿੱਚ ਲੈ ਲਓ, ਤੇ ਉਹ ਮੋਸਟਲੀ ਉਹਨਾਂ ਦੇ ਨਾਮਾਂ ਦੇ ਪਿੱਛੇ ਸਿੰਘ ਜ਼ਰੂਰ ਲੱਗਿਆ ਹੋਏਗਾ, ਪਰ ਉਹ ਆਪਣੀ ਜਿਹੜੀ, ਕਿਉਂਕਿ ਜੋ ਉਹਨਾਂ ਦੀ ਜ਼ਮੀਰ ਆ ਜਦੋਂ ਉਹ ਵੇਚ ਕੇ ਗੱਲ ਕਰਦਾ, ਤੇ ਉਹਦਾ ਕੋਈ ਅਕੀਦਾ, ਉਹਦਾ ਕੋਈ ਧਰਮ ਨਹੀਂ ਰਹਿ ਜਾਂਦਾ। ਔਰ ਇਸੇ ਤਰੀਕੇ ਨਾਲ ਹੁਣ ਮੈਂ ਤੁਹਾਨੂੰ 1947 ਤੋਂ ਪਹਿਲਾਂ ਜਿਹੜੀ ਮੈਂ ਤੁਹਾਨੂੰ ਇਹ ਦੱਸ ਚੁੱਕਾ ਕਿ 1861 ਦੀ ਸੈਂਸਸ ਦੇ ਵਿੱਚ 18 ਕਰੋੜ ਭਾਰਤੀਆਂ ਦੇ ਉੱਤੇ ਸਿਰਫ 3000 ਗੋਰਾ ਰਾਜ ਕਰਦਾ ਸੀ। ਇਹਦਾ ਮਤਲਬ ਇਹ ਆ ਕਿ ਉਹਨਾਂ ਸਮਿਆਂ ਦੇ ਵਿੱਚ ਵੀ ਹੁਣ ਪੂਰੀ ਦੀ ਪੂਰੀ ਐਡਮਿਨਿਸਟ੍ਰੇਸ਼ਨ 3000 ਬੰਦਾ ਤੇ ਨਹੀਂ ਕਰ ਸਕਦਾ।
ਉਸ ਐਡਮਿਨਿਸਟ੍ਰੇਸ਼ਨ ਦੇ ਵਿੱਚ ਕਲੈਕਟਰ ਸਾਡੇ ਸੀ, ਉਸ ਐਡਮਿਨਿਸਟ੍ਰੇਸ਼ਨ ਦੇ ਵਿੱਚ ਜੱਜ, ਵਕੀਲ, ਪੁਲਿਸ ਦੇ ਅਧਿਕਾਰੀ, DSP, SP ਜੋ ਵੀ ਸੀਗੇ, ਉਹ ਜਿਹੜੇ ਸੀਗੇ ਸਾਡੇ ਲੋਕ ਹੀ ਸਨ। ਸਾਡੇ ਲੋਕ ਹੀ ਸਨ ਜਿਨ੍ਹਾਂ ਨੇ ਸਾਡੇ ਹੀ ਲੋਕਾਂ ਦੇ ਉੱਤੇ ਜਿਹੜਾ ਹੈਗਾ ਇੱਕ ਦਮਨ ਚੱਕਰ ਚਲਾਇਆ। ਹੁਣ ਫੋਰ ਐਗਜ਼ਾਮਪਲ ਸ਼ਹੀਦ ਮਦਨ ਲਾਲ ਢੀਂਗਰਾ ਦੀ ਜਦੋਂ ਅਸੀਂ ਗੱਲ ਕਰਦੇ ਹਾਂ, ਸ਼ਹੀਦ ਮਦਨ ਲਾਲ ਢੀਂਗਰਾ ਦੇ 7 ਭਰਾ ਨੇ, ਉਹਨਾਂ ਦੇ ਵਿੱਚ ਸਾਰੇ ਦੇ ਸਾਰੇ ਡਾਕਟਰ ਔਰ ਵਕੀਲ ਨੇ। ਉਹਨਾਂ ਦੇ ਵਿੱਚ ਇੱਕ ਬਿਹਾਰੀ ਲਾਲ ਢੀਂਗਰਾ ਜੀਂਦ ਦਾ ਪ੍ਰਾਈਮ ਮਿਨਿਸਟਰ ਵੀ ਆ। ਦੇਖੋ ਕਿੱਡੀ ਵਜ੍ਹਾ ਵਾਲੀ ਇਹ ਗੱਲ ਹੈ ਕਿ ਅੱਜ ਦੇ ਦੌਰ ਦੇ ਵਿੱਚ ਜਦੋਂ ਅਸੀਂ ਇਹ ਕਹਿੰਦੇ ਆ ਕਿ ਜੇ ਪ੍ਰਕਾਸ਼ ਬਾਦਲ ਕੌਣ ਆ ਸਿੱਖ ਆ, ਤੇ ਸਾਨੂੰ ਇਹ ਵੀ ਮੰਨਣ ਦੇ ਵਿੱਚ ਕੋਈ ਝਿਜਕ ਨਹੀਂ ਹੋਣੀ ਚਾਹੀਦੀ ਕਿ ਉਹਨਾਂ ਸਮਿਆਂ ਦੇ ਵਿੱਚ ਪ੍ਰੀ 1947 ਜਾਂ ਬ੍ਰਿਟਿਸ਼ ਰੂਲ ਦੇ ਵਿੱਚ ਵੀ ਜਿੰਨਾ ਕੁ ਵੀ ਰਾਜ ਕੀਤਾ ਗਿਆ ਉਹ ਆਪਣੇ ਲੋਕਾਂ ਦੇ ਵੱਲੋਂ ਕੀਤਾ ਗਿਆ। ਜਿੰਨਾ ਵੀ ਦਮਨ ਚੱਕਰ ਚਲਾਇਆ ਗਿਆ ਉਹ ਆਪਣੇ ਲੋਕਾਂ ਦੇ ਵੱਲੋਂ ਚਲਾਇਆ ਗਿਆ। ਪਰ ਉਹਦੇ ਪਿੱਛੇ ਸਿਰਫ ਸੋਚ, ਸਿਰਫ ਰੂਲ, ਜਿਹੜੀ ਉਹਦੇ ਪਿੱਛੇ ਆਪਣਾ ਆਰਡਰ ਆਉਂਦੇ ਸੀਗੇ ਉਹ ਬ੍ਰਿਟਿਸ਼ ਦੇ ਆਉਂਦੇ ਸੀਗੇ, ਜਿਸ ਤਰੀਕੇ ਨਾਲ ਅੱਜ ਦਿੱਲੀ ਤੋਂ ਆਉਂਦੇ ਨੇ। ਭਗਤ ਸਿੰਘ ਨੇ ਆਪਣੇ ਹੁਣ ਫੇਰ ਜਦੋਂ ਭਗਤ ਸਿੰਘ ਦੇ ਬਾਰੇ ਇਹ ਗੱਲ ਉਹ ਕਰਦੇ ਆ ਕਿ 1928 ਦੇ ਕਰੀਬ ਜਿਹੜਾ ਸੀਗਾ ਉਹਨਾਂ ਨੂੰ ਦਸੰਬਰ ਦੇ ਵਿੱਚ, ਜੇ ਮੈਂ ਗਲਤ ਨਹੀਂ, ਮੈਨੂੰ ਪੂਰੀਆਂ ਡੇਟਸ ਤਾਂ ਨਹੀਂ ਯਾਦ ਹੈਗੀਆਂ, ਪਰ 1928 ਦੇ ਵਿੱਚ ਉਹਨਾਂ ਨੂੰ ਗ੍ਰਿਫਤਾਰ ਕੀਤਾ ਜਾਂਦਾ ਔਰ 1928 ਦੇ ਵਿੱਚ ਉਹਨਾਂ ਦੇ ਉੱਤੇ ਕੇਸ, ਮੇਰੇ ਖਿਆਲ ਜੂਨ ਦੇ ਵਿੱਚ ਉਹਨਾਂ ਨੂੰ ਗ੍ਰਿਫਤਾਰ ਕੀਤਾ ਜਾਂਦਾ ਤੇ ਜੁਲਾਈ ਦੇ ਵਿੱਚ ਉਹਨਾਂ ਦੇ ਉੱਤੇ ਕੇਸ ਸ਼ੁਰੂ ਹੋ ਜਾਂਦਾ। ਹੁਣ ਇੱਕ ਹੋਰ ਇੰਟਰਸਟਿੰਗ ਜਿਹੜੀ ਚੀਜ਼ ਆ ਉਹ ਇਹ ਵੀ ਅੱਗੇ ਆਉਂਦੀ ਆ ਕਿ ਗੋਰਿਆਂ ਦੇ ਰਾਜ ਦੇ ਵਿੱਚ ਠੀਕ ਹੈ ਦਮਨ ਚੱਕਰ ਚੱਲਦੇ ਸੀ, ਪਰ ਜੇ ਤੁਸੀਂ ਹੁਣ ਅੱਜ ਦੇ ਦੌਰ ਦੇ ਉੱਤੇ ਕੰਪੇਅਰ ਕਰੋਗੇ ਨਾ ਤੇ ਗੋਰਿਆਂ ਨੇ ਜਿੰਨੇ ਕੁ ਵੀ ਕੇਸ ਚਲਾਏ ਨੇ ਉਹਨਾਂ ਦਾ ਸਾਲਾਂ ਦੇ ਵਿੱਚ, ਇੱਕ ਅੱਧੇ ਸਾਲ ਦੇ ਵਿੱਚ ਸਾਰਾ ਨਿਪਟਾਰਾ ਕਰਤਾ। ਕਿਸੇ ਦੇ 1 ਸਾਲ ਲੱਗੇ ਹੋਣੇ, ਕਿਸੇ ਦੇ 2-3 ਸਾਲਾਂ ਦੇ ਵਿੱਚ ਉਹਨਾਂ ਨੇ ਨਿਪਟਾਰਾ ਕਰ ਦਿੱਤਾ। ਜਿੱਦਾਂ ਸ਼ਹੀਦ ਊਧਮ ਸਿੰਘ ਦਾ ਨਿਪਟਾਰਾ ਵੀ ਥੋੜੇ ਜਿਹੇ ਮਹੀਨਿਆਂ ਦੇ ਵਿੱਚ ਕਰ ਦਿੱਤਾ, ਸ਼ਹੀਦ ਮਦਨ ਲਾਲ ਢੀਂਗਰਾ ਦਾ ਨਿਪਟਾਰਾ ਵੀ ਉਹ ਵੀ ਥੋੜੇ ਜਿਹੇ ਦਿਨਾਂ ਦੇ ਵਿੱਚ ਕਰ ਦਿੱਤਾ। ਔਰ ਇਹ ਵੀ ਕੇਸ ਜਿਹੜਾ ਸੀਗਾ 28 ਦੇ ਵਿੱਚ ਉਹਨਾਂ ਦੇ ਉੱਤੇ ਜੁਲਾਈ ਦੇ ਵਿੱਚ ਇਹ ਕੇਸ ਚੱਲਦਾ ਔਰ ਤੁਸੀਂ ਆਪ ਹੀ ਹਿਸਾਬ ਲਾ ਲਓ ਵੀ 23 ਮਾਰਚ 1931 ਨੂੰ ਉਹਨਾਂ ਨੂੰ ਫਾਂਸੀ ਵੀ ਦੇ ਦਿੱਤੀ ਜਾਂਦੀ, ਯਾਨੀ ਕਿ 2-3 ਸਾਲਾਂ ਦੇ ਵਿੱਚ। ਹੁਣ ਇੱਧਰ ਆ ਜਾਓ, ਤੁਸੀਂ ਚਾਹੇ ਭਾਈ ਜਿੰਦਾ ਸੁੱਖਾ ਦੀ ਸ਼ਹਾਦਤ ਲੈ ਲਓ, ਚਾਹੇ ਭਾਈ ਤੁਸੀਂ ਦਵਿੰਦਰਪਾਲ ਸਿੰਘ ਭੁੱਲਰ ਦੀ ਜੋ ਕੁਛ ਇਹਨਾਂ ਦੇ ਨਾਲ ਕੀਤਾ ਕਿ ਹਾਂ 1996 ਤੋਂ ਲੈ ਕੇ ਅੱਜ ਤੱਕ ਜਿਹੜਾ ਹੈਗਾ ਅਜੇ ਡੈਥ ਸੈਂਟੈਂਸ ਦੇ ਉੱਤੇ ਨੇ, ਪਰ ਅਜੇ ਤੱਕ ਉਹਨਾਂ ਨੂੰ ਫਾਂਸੀ ਨਹੀਂ ਲਗਾਈ ਗਈ। ਸੋ ਉਹ ਜਿਹੜਾ ਦਮਨ ਚੱਕਰ ਸੀਗਾ ਮੇਰੇ ਖਿਆਲ ਅੱਜ ਦੇ ਦਮਨ ਚੱਕਰ ਦੇ ਨਾਲੋਂ ਕਿਤੇ ਜ਼ਿਆਦਾ। ਹੁਣ ਜਦੋਂ ਅਸੀਂ ਗੱਲ ਕਰਦੇ ਹਾਂ ਭਗਤ ਸਿੰਘ ਦੀ, ਹੁਣ ਉਹਨਾਂ ਨੇ ਆਪਣੇ ਦੌਰ ਹੀ ਨਾ 3 ਸਾਲਾਂ ਦੇ ਦੌਰ ਦੇ ਵਿੱਚ ਜਦੋਂ ਅਸੀਂ ਦੇਖਦੇ ਹਾਂ ਤੇ ਘੱਟੋ ਘੱਟ 5 ਮਹੀਨੇ ਉਹਨਾਂ ਦੀ ਭੁੱਖ ਹੜਤਾਲ ਰਹਿੰਦੀ ਆ। ਕਦੀ ਉਹਨਾਂ ਦਾ ਇਹ ਕੇਸ ਹੁੰਦਾ ਕਿ ਹਾਂ ਭਾਈ ਅਸੀਂ ਭੁੱਖ ਹੜਤਾਲ ਤਾਂ ਕਰ ਰਹੇ ਹਾਂ ਕਿ ਸਾਨੂੰ ਪੋਲੀਟੀਕਲ ਪ੍ਰਿਜ਼ਨਰ ਦਾ ਦਰਜਾ ਦਿੱਤਾ ਜਾਵੇ, ਜਿਹੜਾ ਕਿ ਨਹੀਂ ਮੰਨਿਆ ਗਿਆ। ਔਰ 5 ਮਹੀਨੇ ਉਹਨਾਂ ਦੀ ਲਗਾਤਾਰਤਾ ਦੇ ਨਾਲ ਤੇ ਨਹੀਂ, 2-3 ਵਾਰ ਉਹ ਭੁੱਖ ਹੜਤਾਲ ਰੱਖਦੇ ਨੇ ਜੇਲ੍ਹ ਦੇ ਵਿੱਚ ਆਪਣੀਆਂ ਗੱਲਾਂ ਮਨਾਉਣ ਦੇ ਲਈ, ਆਪਣੀਆਂ ਮੰਗਾਂ ਮਨਾਉਣ ਦੇ ਲਈ। ਈਵਨ ਜਦੋਂ ਉਹ ਸਾਂਡਰਸ ਦਾ ਕਤਲ ਵੀ ਕਰਦੇ ਨੇ ਤੇ ਜਿਹੜਾ ਪੋਸਟਰ ਅੱਗੇ ਸਾਹਮਣੇ ਆਉਂਦਾ, ਇਹ ਪੋਸਟਰ ਲਾਏ ਵੀ ਗਏ ਨੇ ਜਿਹੜੀ ਹਿੰਦੁਸਤਾਨ ਸੋਸ਼ਲਿਸਟ ਰਿਪਬਲਿਕ ਆਰਮੀ ਦੇ ਵੱਲੋਂ। ਉਹਨਾਂ ਨੇ ਇਹ ਵੀ ਗੱਲ ਵਿੱਚੋਂ ਆ ਕੇ ਇਹ ਵੀ ਗੱਲ ਕਰਦੇ ਨੇ ਭਗਤ ਸਿੰਘ ਉਹਨਾਂ ਦੇ ਸਾਥੀ, ਕਿਉਂਕਿ ਇਹ ਵੀ ਉਹਨਾਂ ਦੀ ਇੱਕ ਆਰਗੇਨਾਈਜੇਸ਼ਨ ਸੀ, ਚਾਹੇ ਕਿ ਕਮਾਂਡਰ ਇਨ ਚੀਫ ਜਿਹੜਾ ਸੀਗਾ ਉਦੋਂ ਬਲਰਾਜ ਸੀ ਜਦੋਂ ਇਹ ਪੋਸਟਰ ਛਾਪੇ ਗਏ, ਪਰ ਉਹਨਾਂ ਦੇ ਵਿੱਚ ਜਿਹੜੀ ਸੋਚ ਦਾ ਅੰਸ਼ ਸੀ ਉਹ ਭਗਤ ਸਿੰਘ ਹੁਣਾਂ ਦਾ ਵੀ ਸੀ, ਜਿਨ੍ਹਾਂ ਦੇ ਵਿੱਚ ਉਹ ਬੜੇ ਇੱਕ ਠੋਕ ਕੇ ਇਸ ਗੱਲ ਨੂੰ ਇਹ ਕਹਿੰਦੇ ਨੇ ਕਿ ਅਸੀਂ ਇਸ ਗੱਲ ਦਾ ਬਦਲਾ ਲੈ ਲਿਆ। ਲਾਜਪਤ ਰਾਏ ਦੀ ਜਿਹੜੀ ਹੈਗੀ ਆ ਅਸੈਸੀਨੇਸ਼ਨ, ਉਹਦਾ ਬਦਲਾ ਲਿਆ JP ਸੌਂਡਰਸ ਨੂੰ ਜਿਹੜਾ ਹੈਗਾ ਮਾਰ ਕੇ। ਹੁਣ ਉਹਨਾਂ ਦੇ ਵਿੱਚ ਇਹ ਵੀ ਇੱਕ ਗੱਲ ਲੈ ਕੇ ਆਉਂਦੇ ਨੇ ਭਗਤ ਸਿੰਘ ਉਹਨਾਂ ਦੇ ਸਾਥੀ ਕਿ ਸਾਨੂੰ ਕੋਈ ਵੀ ਸਜ਼ਾ ਹੋਵੇ, ਸਾਨੂੰ ਕੋਈ ਉਹਦੀ ਮਲਾਲ ਨਹੀਂ ਹੋਣਾ, ਸਾਨੂੰ ਉਹਦਾ ਕੋਈ ਰੰਜ ਨਹੀਂ ਹੋਣਾ ਹੈਗਾ, ਕੋਈ ਵੀ ਚਾਹੇ ਸਾਨੂੰ ਫਾਂਸੀਆਂ ਦੇ ਦੇਣ, ਚਾਹੇ ਜੋ ਕੁਛ ਮਰਜ਼ੀ ਕਰ ਦੇਣ। ਔਰ ਉਹਨਾਂ ਨੇ ਇਹ ਵੀ ਗੱਲ ਕਹਿੰਦੀ, ਮੈਂ ਥੋੜੇ ਜਿਹੇ ਉਹਨਾਂ ਦੀਆਂ ਲਾਈਨਾਂ, despite all your laws preventing us from keeping arms and despite all your watchfulness, people of the country
would continue to get pistols and revolvers. Even if these arms are not adequate in numbers for an armed revolution, they would be sufficient for avenging the insult to the country's honor. ਹੁਣ ਇਹ ਚੀਜ਼ ਜਿਹੜੀ ਆ ਕੰਟਰੀਜ਼ ਉਦੋਂ ਉਹ ਕੰਟਰੀ ਦਾ ਆਨਰ, ਪਰ ਅੱਜ ਜਿਹੜੀਆਂ ਇਹ ਚੀਜ਼ਾਂ ਨੇ ਉਹ ਇਸ ਕੌਮ ਦੇ ਆਨਰ ਦੇ ਲਈ ਵੀ ਬਹੁਤ ਸਾਰੇ ਸਾਡੇ ਯੋਧੇ ਨੇ ਜਿਹੜੇ ਇਸੇ ਰਾਸਤੇ ਦੇ ਉੱਤੇ ਚੱਲੇ ਸੀ, ਭਾਵੇਂ ਕਿ ਜਿਸ ਤਰੀਕੇ ਦੇ ਨਾਲ ਹੁਣ ਉਹ ਵੀ ਅੱਗੇ ਗੱਲ ਕਰਦੇ ਆ ਵੀ ਜਿਹੜੇ ਸਾਡੇ ਲੋਕ ਨੇ ਉਹ ਰਿਡੀਕਿਊਲ ਕਰਦੇ ਆ। ਈਵਨ ਇਫ ਆਵਰ ਓਨ ਪੀਪਲ ਕੰਡੈਮ ਅਸ ਐਂਡ ਰਿਡੀਕਿਊਲ ਅਸ ਐਂਡ ਇਫ foreign governments subject us to any amount of repression, we shall all be ever ready to teach a lesson to the foreign tyrants who insult our national honor. ਜਾਨੀ ਕਿ ਅੱਜ ਵੀ ਹੁਣ ਮੈਂ ਤਾਂ ਹੀ ਕੰਪੈਰੀਜ਼ਨ ਇਹ ਕਰ ਰਿਹਾ ਸੀ ਰੀਤੀ, ਕਿਉਂਕਿ ਮੇਰੇ ਲਈ ਸ਼ਹੀਦ ਭਗਤ ਸਿੰਘ ਦੀ ਜੀਵਨੀ, ਉਹਨਾਂ ਦੀਆਂ ਡੇਟਸ ਇੰਨੀਆਂ ਇੰਪੋਰਟੈਂਟ ਨਹੀਂ ਹੈਗੀਆਂ ਜਿੰਨੀਆਂ ਉਹ ਅਕੀਦੇ ਇੰਪੋਰਟੈਂਟ ਨੇ ਜਿਹੜੇ ਅੱਜ ਮੈਂ ਸਾਂਝੇ ਕਰਨਾ ਚਾਹੁੰਦਾ। ਸਿਰਫ ਇੱਕ opinion ਬਿਲਡ ਕਰਨ ਦੇ ਲਈ ਕਿ ਜੋ ਕੁਝ ਪਹਿਲਾਂ ਚੱਲਿਆ ਅੱਜ ਵੀ ਹਾਲਾਤ ਬਿਲਕੁਲ ਉਸੇ ਤਰੀਕੇ ਦੇ ਨਾਲ ਨੇ। ਜਿਸ ਤਰੀਕੇ ਨਾਲ ਰਿਡੀਕਿਊਲ ਭਗਤ ਸਿੰਘ ਹੁਣੀ ਹੋਏ ਨੇ, ਉਸੇ ਤਰੀਕੇ ਦੇ ਨਾਲ ਅੱਜ ਵੀ ਸਾਡੇ ਆਪਣੇ ਲੋਕ ਜਿਹੜੇ ਸਾਡੇ ਮਹਾਨ ਯੋਧੇ ਨੇ ਜਿਨ੍ਹਾਂ ਨੇ ਸ਼ਹਾਦਤਾਂ ਦਿੱਤੀਆਂ ਨੇ, ਆਪਣੇ ਘਰ-ਬਾਰ ਛੱਡੇ ਨੇ, ਅੱਜ ਉਹ ਵੀ ਰਿਡੀਕਿਊਲ ਹੋ ਰਹੇ ਨੇ। ਪਰ ਜਿਹੜੀ ਗੱਲ ਸਾਨੂੰ ਇੱਕ ਆਸ ਰੱਖਣ ਵਾਲੀ ਆ ਉਹ ਇਹ ਆ ਕਿ ਇੰਨਾ ਕੁਝ ਅਪਰੈਸ਼ਨ ਹੋਣ ਦੇ ਬਾਵਜੂਦ ਜੇ ਭਾਰਤ ਦੇ ਜਿਹੜੇ ਲੋਕ ਨੇ ਉਹਨਾਂ ਨੂੰ ਆਜ਼ਾਦੀ ਮਿਲ ਸਕਦੀ ਹੈ ਤੇ ਉਸੇ ਅਪਰੈਸ਼ਨ ਦੇ ਵਿੱਚੋਂ ਲੰਘ ਕੇ ਅਸੀਂ ਆਪਣੇ ਅਕੀਦੇ ਦੇ ਉੱਤੇ ਖੜੇ ਰਹੀਏ ਤੇ ਆਜ਼ਾਦੀ ਸਾਡੇ ਲਈ ਵੀ ਇਹ ਮਿਲਣੀ ਹੀ ਮਿਲਣੀ ਆ। ਕੋਈ ਇਹੋ ਜਿਹਾ ਕਾਰਨ ਨਹੀਂ ਵੀ ਉਹ ਆਜ਼ਾਦੀ ਸਾਡੇ ਤੋਂ ਕੋਈ ਰੋਕ ਸਕੇ। ਸੋ ਭਗਤ ਸਿੰਘ ਦੀ ਜ਼ਿੰਦਗੀ ਦੇ ਵਿੱਚ ਜਿਹੜਾ ਜ਼ਿੰਦਗੀ ਤੋਂ ਲੈ ਕੇ ਸ਼ਹਾਦਤ ਤੱਕ ਦਾ ਜਿਹੜਾ ਸਫ਼ਰ, ਚਾਹੇ ਉਹ ਦੰਬੂਕਾਂ ਬੀਜਣ ਵਾਲੀਆਂ ਗੱਲਾਂ ਸਾਨੂੰ ਪੜ੍ਹਾਈਆਂ ਜਾਂਦੀਆਂ ਸੀ, ਉਹਨਾਂ ਤੋਂ ਲੈ ਕੇ ਅਖੀਰ ਤੱਕ ਜਦੋਂ ਫਾਂਸੀ ਦਾ ਰੱਸਾ ਚੁੰਮਦੇ ਨੇ ਔਰ ਉਸ ਫਾਂਸੀ ਦੇ ਰੱਸੇ ਦੇ ਤੱਕ ਪਹੁੰਚਣ ਦੇ ਲਈ ਉਹ ਵੱਖਰੇ ਵੱਖਰੇ ਪੜਾਵਾਂ ਦੇ ਵਿੱਚੋਂ ਨਿਕਲਦੇ ਨੇ। ਉਹਨਾਂ ਦੇ ਵਿੱਚ ਮੋਸਟਲੀ ਕਿਉਂਕਿ ਜਿਹੜੇ ਸਾਡੇ ਕਾਮਰੇਡ ਭਾਈ ਨੇ ਉਹਨਾਂ ਨੇ ਇਸ ਚੀਜ਼ ਨੂੰ ਹਾਈਜੈਕ ਕੀਤਾ ਸਿਰਫ ਤੇ ਸਿਰਫ ਇਹ ਦੱਸਣ ਲਈ ਕਿ ਜਿਹੜਾ ਸ਼ਹੀਦ ਭਗਤ ਸਿੰਘ ਸੀ ਉਹ ਸਿਰਫ ਤੇ ਸਿਰਫ ਕਾਮਰੇਡ ਸੀ, ਉਹ ਮਾਰਕਸਿਸਟ ਸੀ, ਉਹ ਇੰਡੀਆ ਦਾ ਜੀ ਪਹਿਲਾ ਮਾਰਕਸਿਸਟ ਸੀਗਾ। ਇਹੋ ਜਿਹੀਆਂ ਸਟੋਰੀਆਂ ਵੀ ਜਿਹੜੀਆਂ ਹੈਗੀਆਂ ਉਹ ਸਾਡੇ ਸਾਹਮਣੇ ਆਉਂਦੀਆਂ ਨੇ, ਪਰ ਉਹਨਾਂ ਸਟੋਰੀਜ਼ ਦੇ ਵਿੱਚ ਵੀ ਜੇਕਰ ਅਸੀਂ ਉਹਨਾਂ ਦੀਆਂ ਗੱਲਾਂ ਨੂੰ ਇੰਨੀ ਬੁੱਕਤ ਦਿੰਦੇ ਆ, ਇੰਨਾ ਸੱਚ ਮੰਨਦੇ ਆ, ਤੇ ਫਿਰ ਸਾਨੂੰ ਕੁਝ ਇੱਕ ਗੱਲਾਂ ਜਿੱਦਾਂ ਭਾਈ ਰਣਧੀਰ ਸਿੰਘ ਉਹਨਾਂ ਦੀ ਅਖੀਰਲੇ ਟਾਈਮ ਜਦੋਂ ਉਹਨਾਂ ਦੀ ਰਿਹਾਈ ਹੋਣੀ ਸੀ ਲਾਹੌਰ ਦੀ ਜੇਲ੍ਹ ਦੇ ਵਿੱਚੋਂ, ਤੇ ਉਹਨਾਂ ਨੂੰ 2 ਘੰਟੇ ਜਿਹੜੇ ਸੀਗੇ ਭਗਤ ਸਿੰਘ ਉਹਨਾਂ ਦੇ ਨਾਲ ਮੁਲਾਕਾਤ ਕਰਨ ਦਾ ਮੌਕਾ ਉੱਥੋਂ ਮਿਲਦਾ ਔਰ ਉਸ ਮੁਲਾਕਾਤ ਦੇ ਵਿੱਚ ਜੋ ਵਾਰਤਾ ਭਾਈ ਰਣਧੀਰ ਸਿੰਘ ਦੀ ਸ਼ਹੀਦ ਭਗਤ ਸਿੰਘ ਦੇ ਨਾਲ ਹੁੰਦੀ ਆ ਉਹ ਵੀ ਬੜੀ ਸੁਣਨ ਵਾਲੀ ਆ, ਬੜੀ ਉਹ ਪੜ੍ਹਨ ਵਾਲੀ ਆ ਔਰ ਬੜੀ ਵਿਚਾਰਨ ਵਾਲੀ ਆ ਕਿ ਕਿਸ ਤਰੀਕੇ ਨਾਲ ਜਦੋਂ ਈਵਨ 2 ਸਾਲ ਪਹਿਲਾਂ ਜਿਹੜਾ ਭਗਤ ਸਿੰਘ ਨੇ ਇਹ ਗੱਲ ਚਿਤਵੀ ਸੀ ਕਿ ਮੈਂ ਕਿਸੇ ਨਾ ਕਿਸੇ ਤਰੀਕੇ ਦੇ ਨਾਲ ਭਾਈ ਰਣਧੀਰ ਸਿੰਘ ਹੁਣਾਂ ਦੇ ਨਾਲ ਇੱਕ ਵਾਰਤਾਲਾਪ ਕਰਾਂ, ਕਿਉਂਕਿ ਭਾਈ ਰਣਧੀਰ ਸਿੰਘ ਹੁਣੀ ਜਿਹੜੇ ਸੀਗੇ ਉਹ 1916-17 ਤੋਂ ਲੈ ਕੇ ਇਸ ਸੰਘਰਸ਼ ਦੇ ਵਿੱਚ ਕੁੱਦੇ ਹੋਏ ਨੇ ਔਰ ਜਿਸ ਪਰਪੱਕਤਾ ਦੇ ਨਾਲ ਭਾਈ ਰਣਧੀਰ ਸਿੰਘ ਹੁਣਾਂ ਨੇ ਇਹ ਸਾਰੀ ਦੀ ਸਾਰੀ ਜਿਹੜੀ ਆਪਣੀ ਦੇਸ਼ ਭਗਤੀ ਦੀ ਲਹਿਰ ਵੀ ਚਲਾਈ, ਦੇਸ਼ ਭਗਤੀ ਦੀ ਲਹਿਰ ਦੇ ਉੱਤੇ ਆਪਣੀ ਸਿੱਖੀ ਅਕੀਦੇ ਦੇ ਵਿੱਚ, ਆਪਣੇ ਸਿੱਖੀ ਪਹਿਰਾਵੇ ਦੇ ਵਿੱਚ, ਆਪਣੇ ਸਿੱਖੀ ਫਿਲਾਸਫੀ ਦੇ ਵਿੱਚ, ਫਲਸਫੇ ਦੇ ਨਾਲ ਇੱਕਮਿਕ ਹੋ ਕੇ ਉਹਨਾਂ ਸਾਰੀਆਂ ਜਿਹੜੇ ਕਸ਼ਟ ਸੀਗੇ ਉਹ ਸਹਾਰੇ ਔਰ ਉਹਨਾਂ ਕਸ਼ਟਾਂ ਦਾ ਉਹ ਜਿਹੜੀ ਸਟੈਡਫਾਸਟਨੈਸ ਸੀਗੀ ਆਪਣਾ ਭਾਈ ਰਣਧੀਰ ਸਿੰਘ ਹੁਣਾਂ ਦੀ, ਉਹਦਾ ਅਸਰ ਵੀ ਭਗਤ ਸਿੰਘ ਦੀ ਸਾਈਕੀ ਦੇ ਉੱਤੇ ਪਿਆ, ਜਿਹੜਾ ਕਿ ਭਾਈ ਰਣਧੀਰ ਸਿੰਘ ਹੁਣਾਂ ਨੇ ਜਦੋਂ ਭਗਤ ਸਿੰਘ ਦੇ ਨਾਲ ਅਖੀਰਲੀ ਮੁਲਾਕਾਤ ਕੀਤੀ ਉਹਦੇ ਵਿੱਚ ਵਰਣਨ ਵੀ ਕੀਤਾ ਔਰ ਭਗਤ ਸਿੰਘ ਇਹ ਕਹਿ ਰਿਹਾ ਕਿ ਜਿਹੜਾ ਅੱਜ ਮੈਨੂੰ ਮੌਕਾ ਮਿਲਿਆ ਉਹ ਜਿਹੜੀ ਮੇਰੀ ਦਿਲ ਦੇ ਵਿੱਚੋਂ ਇੱਕ ਅਰਦਾਸ ਨਿਕਲੀ ਸੀ, ਉਸ ਅਰਦਾਸ ਦਾ ਹੀ ਸਦਕਾ ਕਿ ਅੱਜ ਤੁਸੀਂ ਮੇਰੇ ਸਾਹਮਣੇ। ਔਰ ਉਸ ਮੁਲਾਕਾਤ ਦੇ ਵਿੱਚ ਭਾਈ ਰਣਧੀਰ ਸਿੰਘ ਉਹਨਾਂ ਨੂੰ ਬਹੁਤ ਸਾਰੀਆਂ ਇਹੋ ਜਿਹੀਆਂ ਤਸ਼ਬੀਹਾਂ ਦਿੰਦੇ ਨੇ ਆਪਣੇ ਇਤਿਹਾਸ ਦੇ ਵਿੱਚ ਕਿ ਕਿਸ ਤਰੀਕੇ ਦੇ ਨਾਲ ਬਾਹਰੋਂ ਜਿਹੜੇ ਗਦਰੀ ਬਾਬੇ ਆਏ ਨੇ ਉਹਨਾਂ ਨੇ ਆਪਣਾ ਭੇਤ ਬਦਲਾਏ ਬਗੈਰ ਇੰਨਾ ਕੁਛ ਕਾਰੇ ਕੀਤੇ ਨੇ, ਆਪਣੇ ਸਿੱਖੀ ਅਕੀਦੇ ਦੇ ਵਿੱਚ ਰਹਿ ਕੇ ਇੰਨੇ ਕਾਰੇ ਕੀਤੇ ਨੇ ਔਰ ਇਹ ਕਿਹਾ ਜਾਂਦਾ ਕਿ ਉਸ
ਜਿਹੜੀ ਜਦੋਂ ਉਹ ਮੁਲਾਕਾਤ ਹੋਈ ਤੇ ਕਹਿੰਦੇ ਨੇ ਕਿ ਭਗਤ ਸਿੰਘ ਨੇ ਉਹਨਾਂ ਨੂੰ ਇਹ ਵਾਅਦਾ ਕੀਤਾ ਸੀ ਕਿ ਮੈਨੂੰ ਇਸ ਗੱਲ ਦਾ ਅਫਸੋਸ ਹੈ ਕਿ ਮੈਂ ਆਪਣਾ ਸਿੱਖੀ ਜਿਹੜਾ ਸਰੂਪ ਤਿਆਗਿਆ, ਔਰ ਮੇਰੀ ਕੋਸ਼ਿਸ਼ ਇਹ ਰਹੇਗੀ ਕਿ ਜਦੋਂ ਮੈਂ ਫਾਂਸੀ ਦੇ ਰੱਸੇ ਦੇ ਨਾਲ ਝੂਲਾਂਗਾ ਤੇ ਮੇਰੀ ਜਿਹੜੀ ਸੋਚ ਵੀ ਔਰ ਮੇਰੀ ਜਿਹੜੀ ਸੂਰਤ ਉਹ ਸਿੱਖਾਂ ਵਾਲੀ ਹੋਏਗੀ। ਸੋ ਇੱਕ ਤਰੀਕੇ ਦੇ ਨਾਲ ਭਗਤ ਸਿੰਘ ਉਹਨਾਂ ਦੀ ਸ਼ਹਾਦਤ ਦਾ ਜਿਹੜਾ ਸਫ਼ਰ ਆ, ਮੈਂ ਹੋਰ ਵੀ ਗੱਲ ਬਹੁਤ ਕਰਨੀ ਚਾਹੁੰਦਾ ਸੀ, ਪਰ ਮੈਨੂੰ ਪਤਾ ਕਿ ਸਮਾਂ ਜਿਹੜਾ ਹੈਗਾ ਉਹ ਉਹਨਾਂ ਨਹੀਂ ਹੈ, ਕਿਉਂਕਿ ਜਿਹੜਾ ਕੇਸ ਭਗਤ ਸਿੰਘ ਉਹਨਾਂ ਦੇ ਉੱਤੇ ਚੱਲਿਆ, ਮੈਂ ਉਸ ਕੇਸ ਦੀ ਵੀ ਗੱਲ ਕਰਨਾ ਚਾਹੁੰਦਾ ਸੀ। ਆਈ ਡੋਂਟ ਨੋ ਵੀ ਮੇਰੇ ਕੋਲ ਉਨਾ ਸਮਾਂ ਹੈ ਕਿ ਨਹੀਂ ਹੈ, ਕਿਉਂਕਿ ਸਾਡਾ ਵਕਤ ਵੀ ਸਮਾਪਤੀ ਵੱਲ ਜਾ ਰਿਹਾ। ਆਈ ਨੋ ਇਸ ਕੇਸ ਸੰਬੰਧੀ ਮੇਬੀ ਨੈਕਸਟ ਟਾਈਮ ਅਸੀਂ ਹੋਰ ਵੀ ਵੇਰਵੇ ਸਰ ਗੱਲਬਾਤ ਕਰਾਂਗੇ, ਪਰ ਧੰਨਵਾਦ ਕਿ ਤੁਸੀਂ ਅੱਜ ਇਸ ਦਿਹਾੜੇ ਦੇ ਉੱਪਰ ਤੁਸੀਂ ਇਹਨਾਂ ਦੇ ਅਫਕੋਰਸ ਸ਼ਹਾਦਤ ਬਾਰੇ, ਇਹਨਾਂ ਦੀ ਲਾਈਫ ਟਾਈਮ ਬਾਰੇ ਪੂਰੀ ਜਾਣਕਾਰੀ ਸਾਡੇ ਦਰਸ਼ਕਾਂ ਨਾਲ ਸਾਂਝੀ ਕੀਤੀ। ਆਲਸੋ ਤੁਸੀਂ ਇਹ ਵੀ ਸਮਝਾਇਆ ਕਿ ਡਜ਼ਨਟ ਮੈਟਰ ਕਿ ਗਵਰਨਮੈਂਟ ਚੇਂਜ ਹੋ ਗਈ, ਚਾਹੇ ਉਹ ਬ੍ਰਿਟਿਸ਼ ਦੀ ਗਵਰਨਮੈਂਟ ਸੀ, ਚਾਹੇ ਹੁਣ ਭਾਰਤ ਦੀ ਜਿਹੜੀ ਕਰੰਟ ਗਵਰਨਮੈਂਟ ਹੈ, ਇਹਨਾਂ ਦੀ ਪਾਲਿਸੀਜ਼, ਇਹਨਾਂ ਸੋਚਣ ਵਾਲੀ ਸਾਰੇ ਤਰੀਕੇ ਇਹਨਾਂ ਦੇ ਸੇਮ ਹੀ ਨੇ। ਸੋ ਥੈਂਕ ਯੂ ਸੋ ਮਚ ਫॉर दैट। ਹੁਣ ਵੀਰ ਜੀ ਅਸੀਂ ਤੁਹਾਡੇ ਕੋਲ ਇਜਾਜ਼ਤ ਲੈਂਦੇ ਹਾਂ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਜੀ ਬਹੁਤ ਬਹੁਤ ਧੰਨਵਾਦ ਰੀਤ ਜੀ, ਔਰ ਜਿੰਨੇ ਵੀ ਦਰਸ਼ਕ ਤੇ ਸਰੋਤੇ ਨੇ ਉਹਨਾਂ ਨੂੰ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵਿਊਅਰਸ, ਇਸ ਦੇ ਨਾਲ ਅਸੀਂ ਤੁਹਾਡੇ ਕੋਲ ਇਜਾਜ਼ਤ ਲੈਂਦੇ ਹਾਂ। ਕੱਲ ਨੂੰ ਮਿਲਾਂਗੇ ਸੇਮ ਟਾਈਮ ਸੇਮ ਸ਼ੋਅ ਤੇ। ਤਦ ਤੱਕ ਲਈ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।